बहुत बहुत स्वागत है। ਤਾਂ ਕਿਰਪਾ ਕਰਕੇ ਸਾਈਡਾਂ ਤੇ ਖੜੇ ਬੰਦੇ ਪਲੀਜ਼। ਪੰਜਾਬ ਸਰਕਾਰ ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਹੈ ਤੇ ਹਰ ਆਮ ਨਾਗਰਿਕ ਨੂੰ ਚਾਹੇ ਉਹ ਕਿਸੇ ਵਰਗ ਦਾ ਉਹਨਾਂ ਨੂੰ ਬਰਾਬਰਤਾ ਦੇ ਹੱਕ ਤੇ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ। ਕਰਮਚਾਰੀਆਂ ਦਾ ਵਿਸ਼ਵਾਸ ਸਰਕਾਰ ਦੇ ਵਿੱਚ ਹੋਣਾ ਚਾਹੀਦਾ ਹੈ। ਉਹਦੇ ਵਾਸਤੇ ਅਸੀਂ ਕਰਮਚਾਰੀਆਂ ਦੇ ਪਹਿਲਾਂ ਡੀਏ ਵੀ ਦਿੱਤੇ ਹੈ, ਉਹਨਾਂ ਨੇ ਹੜਤਾਲ ਵਾਪਸ ਲਈ ਹੈ, ਉਹਦੇ ਲਈ ਉਹਨਾਂ ਦਾ ਧੰਨਵਾਦੀ ਹਾਂ। ਤੇ ਅੱਜ ਇੱਕ ਅਹਿਮ ਫੈਸਲਾ ਕਰਕੇ ਪੰਜਾਬ ਸਰਕਾਰ ਦੀ ਕੈਬਨਿਟ ਨੇ 36,000 ਇੰਪਲਾਈਜ਼ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ। ਇਹਦੀ ਡਿਟੇਲਸ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਦੇ ਰਾਹੀਂ ਲਿਆ ਕੇ ਤੁਹਾਨੂੰ ਦੇਵਾਂਗੇ। ਸੋ ਇਹ ਕਰਮਚਾਰੀਆਂ ਲਈ ਇੱਕ ਬਹੁਤ ਬੜਾ ਤੋਹਫਾ ਹੈ ਕਿ ਅਸੀਂ 36,000 ਕਰਮਚਾਰੀਆਂ ਨੂੰ ਪੱਕਾ ਕਰਨ ਜਾ ਰਹੇ ਹਾਂ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੇ ਡੀਸੀ ਰੇਟ ਹੈ ਉਹ ਘੱਟ ਹੈ, ਜਿਹਦੇ ਨਾਲ ਤਨਖਾਹਾਂ ਘੱਟ ਮਿਲ ਰਹੀਆਂ। ਪੰਜਾਬ ਸਰਕਾਰ ਨੇ ਇਕੱਲੇ ਸਰਕਾਰੀ ਕਰਮਚਾਰੀਆਂ ਦੇ ਨਹੀਂ, ਪ੍ਰਾਈਵੇਟ ਦੇ ਵੀ ਮਿਨੀਮਮ ਵੇਜ ਹੈ ਜਿਹੜੇ ਉਹ ਵਧਾਉਣ ਦਾ ਫੈਸਲਾ ਕੀਤਾ ਹੈ ਤੇ 415 ਰੁਪਏ 99 ਪੈਸੇ ਪੰਜਾਬ ਸਰਕਾਰ ਜਿਹੜਾ ਰੇਟ ਹੈ 1 ਮਾਰਚ 2020 ਤੋਂ ਪਿੱਛੇ ਤੋਂ ਵਧਾਉਣ ਜਾ ਰਹੀ ਹੈ। ਵਧਾ ਦਿੱਤੇ, ਮਤਲਬ ਕੈਬਨਿਟ 'ਚ ਪਾਸ ਹੋ ਗਿਆ ਹੈ ਤੇ ਇਹਦੇ ਨਾਲ 1 ਮਾਰਚ ਤੋਂ ਲੈ ਕੇ ਅੱਜ ਤੱਕ ਦੇ ਡੀਸੀ ਰੇਟ ਮਿਨੀਮਮ ਵੇਜ ਹੈ ਜਿਹੜੇ ਉਹਦੇ ਬਕਾਏ ਵੀ ਮਿਲਣਗੇ ਤੇ ਅੱਗੇ ਨੂੰ ਵੀ ਜਿਹੜਾ 415 ਰੁਪਈਆ ਰੇਟ ਹੈ ਮਿਨੀਮਮ ਵੇਜ ਹੈ ਉਹ ਵੱਧ ਜਾਏਗਾ। ਇਹਦੇ ਨਾਲ ਆਊਟਸੋਰਸ ਖਾਸ ਤੌਰ ਤੇ ਜਿਹੜੇ ਜਿੰਨੇ ਮੁਲਾਜ਼ਮ ਹੈ ਜਾਂ ਫੈਕਟਰੀਆਂ ਦੇ ਵਿੱਚ ਜਿੰਨੇ ਮੁਲਾਜ਼ਮ ਲੱਗੇ ਹੋਏ ਆ, ਕੰਮ ਕਰਦੇ ਆ, ਪ੍ਰਾਈਵੇਟ ਕੰਮ ਕਰਦੇ ਆ, ਉਹਨਾਂ ਨੂੰ ਫਾਇਦਾ ਹੋਏਗਾ। ਜਿਹੜੀ ਸਾਡੀ ਸੋਚ ਸੀ ਕਿ ਬਹੁਤ ਘੱਟ ਤਨਖਾਹ ਮਿਲਦੀ ਹੈ ਉਸ ਨੂੰ ਅਸੀਂ ਆਪਣੀ ਨੂੰ ਅੱਗੇ ਵਧਾ ਕੇ ਤਨਖਾਹ ਵਧਾਈ ਹੈ। ਪੰਜਾਬ ਦੇ ਵਿੱਚ ਹਮੇਸ਼ਾ ਇਹ ਗੱਲ ਰਹੀ ਹੈ ਕਿ ਰੇਤ ਮਾਫੀਏ ਦਾ ਰਾਜ ਹੈ। ਤੁਸੀਂ ਕਿਸੇ ਦਰਿਆ ਤੇ ਚਲੇ ਜਾਓ, ਪਹਿਲਾਂ ਜਿਹੜਾ ਰੇਤਾ 16 ਰੁਪਏ ਤੋਂ ਲੈ ਕੇ 22 ਰੁਪਏ ਤੱਕ ਨਦੀ ਜਾਂ ਦਰਿਆਵਾਂ ਦੇ ਵਿੱਚ ਵਿਕਦਾ ਸੀ, ਹਾਲਾਂਕਿ ਰੇਟ 9 ਰੁਪਏ ਸੀ। ਅੱਜ ਸਰਕਾਰੀ ਰੇਟ 9 ਰੁਪਏ ਹੈ। ਐਸੀ ਆਪਣੀ ਸਰਕਾਰ ਆਉਣ ਤੋਂ ਬਾਅਦ ਬਿਲਕੁਲ ਸਿੱਧਾ ਕਰਤਾ ਕੰਮ। ਤੁਸੀਂ ਕਿਸੇ ਦਰਿਆ ਤੇ ਚਲੇ ਜਾਓ, ਅੱਜ 9 ਰੁਪਏ ਰੇਤਾ ਮਿਲ ਰਿਹਾ, ਲੇਕਿਨ ਇਹ ਵੀ ਮਹਿੰਗਾ ਹੈ। ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹਰ ਦਰਿਆ ਜਾਂ ਖੱਡ ਤੇ ਰੇਤੇ ਦਾ ਰੇਟ 5 ਰੁਪਏ 50 ਪੈਸੇ ਹੋਏਗਾ। ਇਹਦੇ ਵਿੱਚ ਇਹ ਵੀ ਸਰਕਾਰ ਦੇ ਸਾਰੇ ਪੈਸੇ ਨਹੀਂ ਹੈ ਜਾਂ ਠੇਕੇਦਾਰ ਦੇ ਨਹੀਂ ਹੈ, ਇਹਦੇ ਵਿੱਚ ਜ਼ਿਮੀਂਦਾਰ ਜਿਹਦੀ ਜ਼ਮੀਨ ਦਰਿਆ, ਕਿਉਂਕਿ ਦਰਿਆ ਹੈ ਜਿਹੜਾ ਉਹ 90% ਜਾਂ 80% ਜ਼ਿਮੀਂਦਾਰਾਂ ਦਾ ਹੈ, ਉਹਦੀ ਮਾਲਕੀਤ ਜ਼ਿਮੀਂਦਾਰਾਂ ਦੀ ਹੈ। ਜਿਹਦੀ ਜ਼ਮੀਨ ਆ ਉਹ ਵੀ ਪੈਸੇ ਭਾਲਦਾ ਹੈ, ਉਹਨੂੰ ਵੀ ਪਹਿਲਾ ਰੇਟ ਮਿਲਦਾ ਹੈ। ਇਹਦੇ ਜ਼ਿਮੀਂਦਾਰ ਦੇ ਪੈਸੇ ਵੀ ਹੋਣਗੇ, ਇਹਦੇ ਵਿੱਚ ਭਰਾਈ ਵੀ ਹੋਏਗੀ। ਜਿਹੜੀ ਭਰਾਈ ਹੈ ਉਹ ਵੀ 5.5 ਰੁਪਏ 'ਚ ਹੋਏਗੀ। ਜਿਹੜਾ ਠੇਕੇਦਾਰ ਹੈ ਉਹ ਰਸਤਾ ਬਣਾ ਕੇ ਦੇਗਾ, ਗੱਡੀ ਕੋਈ ਫਸ ਗਈ ਉਹਨੂੰ ਕੱਢੇਗਾ, ਸਾਰਾ ਕੰਮ ਉਹਦਾ ਹੋਏਗਾ, ਸਿਸਟਮ ਉਹ ਚਲਾਏਗਾ, ਕੰਡਾ ਉਹ ਲਗਾਏਗਾ, ਭਰਤੀ ਉਹ ਕਰੇਗਾ। ਇਹ ਸਾਰਾ ਕੁਝ ਵਿੱਚੇ ਜ਼ਮੀਨ ਦੇ ਪੈਸੇ, ਵਿੱਚੇ ਭਰਾਈ, ਵਿੱਚੇ ਸਦਾਈ, ਸਾਰਾ ਕੁਝ 5.5 ਰੁਪਏ 'ਚ, ਜਿਹੜਾ 9 ਰੁਪਏ 'ਚ ਪਹਿਲਾਂ ਮਿਲਦਾ ਸੀ। ਸਰਕਾਰੀ ਰੇਟ 9 ਸੀ ਪਰ 16 ਤੋਂ 22 ਰੁਪਏ ਤੱਕ ਪਹਿਲਾਂ ਵਿਕਦਾ ਰਿਹਾ। ਪਹਿਲਾਂ ਮੈਂ ਐਕਸਪੈਰੀਮੈਂਟ ਕੀਤਾ ਕਿ ਕਿਆ ਜੇ ਮੈਂ ਮੁੱਖ ਮੰਤਰੀ ਬਣ ਗਿਆ, ਸਾਡੀ ਸਰਕਾਰ ਨਵੀਂ ਆ ਗਈ, ਕਾਂਗਰਸ ਦੀ ਸਰਕਾਰ ਆਈ ਦੁਬਾਰਾ ਦੇ ਤੋਂ, ਕਿਆ ਮੈਂ ਇਹ ਕਰ ਸਕਦਾ ਕਿ 9 ਰੁਪਏ ਪਰ ਵਿਕੇ। ਇਹ ਮੈਂ ਟੈਸਟ ਕੀਤਾ। ਉਹਦੇ ਵਾਸਤੇ ਸਾਰੇ ਐਸਐਸਪੀ ਡੀਸੀਆਂ ਨੂੰ ਬੁਲਾ ਕੇ ਮੀਟਿੰਗ ਕਰਕੇ ਕਿਹਾ ਕਿ ਜਾਂ ਮੈਂ ਨਹੀਂ ਹੈ ਜਾਂ 9 ਰੁਪਏ ਰੇਤਾ ਨਹੀਂ। ਅੱਜ ਕੋਈ ਪੰਜਾਬ ਦਾ ਬੰਦਾ ਹੱਥ ਖੜਾ ਕਰਕੇ ਕਹਦੇ ਕਿ ਦਰਿਆ ਤੇ 9 ਰੁਪਏ ਨਹੀਂ ਵਿਕਦਾ ਤਾਂ ਮੈਂ ਜ਼ਿੰਮੇਵਾਰ।
लेकिन कल तो 5.5 रुपये विकेगा। पहला 5-7 हज़ार रुपये ट्रक सस्ता हो चुकिया, कल ਨੂੰ ਤੁਸੀਂ ਦੇਖਿਓ ਕਿੱਥੇ ਜਾਣਾ है। लेकिन मैं क्लीयर कर देना चाहना, कईयां ਨੂੰ ਕਨਸੈਪਟ ਦੇ ਵਿੱਚ ਕਲੈਰਿਟੀ ਨਹੀਂ ਹੁੰਦੀ। ਪਿੰਡਾਂ ਦੇ ਵਿੱਚ ਇਹ ਦਰਿਆ ਦੇ ਉੱਪਰ ਦਾ ਰੇਟ ਹੈ। ਉਸ ਤੋਂ ਬਾਅਦ ट्रांसपोर्ट है जी, उन्होंने भी असी गल कर रहे हैं कि मिनीमम ट्रांसपोर्ट लगे ताकि जिन्हें घर बनाना है उन्होंने रेता घट से घट रेट से मिले। लेकिन ये क्योंकि ठेका 31 मार्च तक दिता होया पहला तो, ये पॉलिसी सानू बहुत ही पसंद नहीं आ रही, पर सानू कोर्टां कचहरियां तो बचण लई फिलहाल असीं इहनूं बहुत घट करते ले आए हैं। अल्टीमेटली असीं अपना जद अगला विजन देवांगे उहदे च असीं दसांगे असीं किस तरह, उहदे साडी पार्टी डिसाइड करेगी किस तरह असीं अगे नूं रेता बेचना ते किस तरह करना है। लेकिन अज बहुत सस्ता रेट असीं जिहदे च भराई भी है, जिहदे जिमीदार दे पैसे भी है, जिहदे सधाई भी है, दरिया चों बाहर भी कढना, वो असीं रेट 5.5 रुपये करता है, जिहड़ा कि 4 गुणा घट होया है। साडी वो पिछली सरकार ते पिछली बादलों की सरकारां नालों तो शायद 6 गुणा घट हो गए। सो एक बड़ी राह दी नाल अगे क्या है कि जिमीदार अपने खेत चो ट्राली भी पटाउंदा है एक मिट्टी दी, जाके जीपां लेके खड़ जांदे कि जी लियाओ रियोल्टी। किसी ने भरत पाउणा है उस नूं तंग करदे है। ऐसी ये करता है कि मिट्टी कोई जिमीदार अपने खेत चो पटाउंदा है। देखो मैं पिंडां दे विच जांदा रहिंदा है, पिंडां 'च क्या किसी ने ब्याह करना है तो तंगी हुंदी है, अगला 2 फुट मिट्टी चुका दिंदा है, साडी रॉयल्टी वाले इहदे पैसे ले लैंदे जाके। हुण असीं बिल्कुल क्लीयर करता है कि कोई जिमीदार अपनी 3 फुट तक मिट्टी चुकावे, कोई पैसा नहीं लेना किसी ने, ना ही जाना है, ना कोई मंजूरी की लोड़ है। ते नाल दी नाल इट्टां बड़ियां महंगियां हो रही हैं, ਉਹਦਾ एक बड़ा कारण यह है कि वो माइनिंग पॉलिसी लग जाती ਉਹਦੇ ਤੇ ਜਦੋਂ ਭੱਠੇ ਵਾਲਾ ਮਿੱਟੀ ਚੱਕਦਾ ਹੈ। ਜ਼ਿਮੀਦਾਰ ਤੋਂ ਭੱਠੇ ਵਾਲਾ ਮਿੱਟੀ ਲੈਂਦਾ, ਜ਼ਿਮੀਦਾਰ ਨੂੰ 4 ਪੈਸੇ ਆ ਜਾਂਦੇ 1 ਫੁੱਟ ਦੇ, लेकिन अद्धे पैसे माइनिंग वाले ले जाते। अज असीं ये फैसला कर लिया कि भट्ठियां नूं माइनिंग पॉलिसी तो बाहर कर देना, जिहदे नाल भट्ठा वाला जिमीदार नाल सीधा कंट्रैक्ट करके उदों मिट्टी ले लवे, विच ठेकेदारी सिस्टम या माफिया या माइनिंग कुछ नहीं, फ्री हो गया है काम पंजाब च। अज तो बाद वैसे तो असीं काफ़ी दिनों तो कर चुके हैं, लेकिन अज तो बाद तो जे कोई मिट्टी वाला भरत पाउण जिमीदार मिट्टी चुकाउंदा कोई तंग करेगा तो मैं जिम्मेवार है, मेरा गला कट्टिओ। जे 5.5 रुपये तो 1 पैसा भी रेता वध विके तो मैं जिम्मेवार है। पहला मैनू बहुत बंदे कहते सी ये 9 रुपये भी नहीं तुसीं कर सकते, जे तो बहुत बंदे इनवॉल्व है, ये पुलिस इनवॉल्व है, ये फलाना इनवॉल्व है, ये टिमका 9 रुपये बिक रहा। इंप्लीमेंटेशन जेड़ा लीडर, जेड़ी सरकार, जेड़ी पार्टी राज नूं चला रही है उहदी विल ते है। ये मैं पिछले मुख्यमंत्रियों नूं भी कहा सी, जे साडी कैबिनेट, साडा पार्टी, साडा मुख्यमंत्री चाहुंदा कि जी इंप्लीमेंटेशन कानून की होवे तां हुंदी है। चंडीगढ़ दे विच वड़दे सारे जी देखण लग जांदे बेल्ट कित्थे है, इंप्लीमेंटेशन है चंडीगढ़ च कानून की। पंजाब दे विच जे रेता वध विकदा है तो इंप्लीमेंटेशन नहीं सी, वंड के खा रहे सी उपरला पैसा। ऐसी बिल्कुल सीधा करता काम, किसी दरिया पर चले जाओ, हुण जे किते ट्रालियां भर हो रही हैं, किते मिट्टी चक हो रही है तो वो माफिया नहीं है, 5.5 रुपये च बिकेगा और सही रेट दे विच बिकेगा। ऐसी ये करांगे कि जिथे पानी नहीं आउंदा उत्थे रेता नहीं चकना, क्योंकि उत्थे फिर खदाने बनने, पानी ने उन्होंने रीचार्ज तो करना नहीं रेते नूं। इस करके जिथे जिथे पानी आउंदा दरियावां दे ऑलरेडी खड्डां तय है, होर भी करांगे, लेकिन सस्ता और सही रेट ते रेता पिंडां च मिलेगा। मिट्टी का कोई माफिया नहीं होएगा, पट्ठे वालियां नूं कोई तंग नहीं करेगा। इस तो इलावा एक फैसला असीं होर अहम लिया कि जिहड़े पंजाब दे इंस्टीट्यूशनल टैक्स पंजाब ते लग्या होया सी, पंजाब इंस्टीट्यूशनल एंड अदर बिल्डिंग्स टैक्स 2011 तो सी। उस दिन मैनू जिस दिन असीं गए लुधियाने
ਉਸ ਦਿਨ ਅਸੀਂ ਅਨਾਉਂਸ ਕੀਤਾ ਸੀ, ਅੱਜ ਕੈਬਨਿਟ ਨੇ ਪਾਸ ਕਰ ਦਿੱਤਾ। 2012 ਤੋਂ ਜਿੰਨਾ ਟੈਕਸ ਬਣਦਾ ਸੀ ਅਸੀਂ ਉਹ ਮਾਫ ਕਰ ਦਿੱਤਾ। ਅੱਗੇ ਨੂੰ ਵੀ ਇਹ ਟੈਕਸ ਹੈ ਜਿਹੜਾ ਪੰਜਾਬ ਤੇ ਨਹੀਂ ਲੱਗੇਗਾ। ਇਸ ਤੋਂ ਇਲਾਵਾ ਅਸੀਂ ਵਨ ਟਾਈਮ ਸੈਟਲਮੈਂਟ ਜਿਹੜੀ ਕੰਪਾਊਂਡੇਬਲ ਬਿਲਡਿੰਗਸ ਹੈਗੀਆਂ, ਜਿਹੜੀਆਂ ਸ਼ਹਿਰਾਂ ਦੇ ਵਿੱਚ ਇਹ ਵੱਡੀ ਰਾਹਤ ਦੇ ਰਹੇ ਹੈ ਕਿ ਜਿਹੜੀਆਂ ਬਿਲਡਿੰਗਾਂ ਬਣ ਗਈਆਂ ਉਹਦੇ ਪਰ ਕਿਸੇ ਨੇ ਚਵਾਰਾ ਪਾ ਲਿਆ, ਕਿਸੇ ਨੇ ਹਾਈਟ ਜ਼ਿਆਦਾ ਵਧਾ ਲਈ ਜਾਂ ਕਿਸੇ ਨੇ ਬਾਹਰ ਨੂੰ ਥੋੜਾ ਬਹੁਤਾ ਕੱਢ ਲਿਆ। ਜਿਹੜਾ ਕੁਝ ਕੰਪਾਊਂਡੇਬਲ ਹੈ ਉਹਨਾਂ ਨੂੰ ਅਸੀਂ ਰੇਟ ਵੀ ਘਟਾ ਦਿੱਤੇ ਆ 25%। ਉਹਨਾਂ ਨੂੰ ਦੁਬਾਰੇ ਲੀਗਲਾਈਜ਼ ਕਰਨ ਦਾ ਇੱਕ ਵਨ ਟਾਈਮ ਪਾਲਿਸੀ ਲੈ ਕੇ ਆਏ ਹੈ, ਜਿਹੜੀ ਕਿ ਕੱਲ ਤੋਂ ਚਾਲੂ ਹੋ ਜਾਏਗੀ। ਇਸ ਦੇ ਨਾਲ ਇਹ ਸਾਡੇ ਅੱਜ ਦੇ ਐਲਾਨ ਹੈ ਜਿਹੜੇ ਕਿ ਅਸੀਂ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ। ਸਾਡੇ ਐਡਵੋਕੇਟ ਜਨਰਲ ਸਾਹਿਬ ਨੇ, ਤੁਹਾਨੂੰ ਤੁਸੀਂ ਜਾਣਦੇ ਹੋ, ਕਾਫੀ ਦਿਨਾਂ ਤੋਂ ਅਸਤੀਫਾ ਦਿੱਤਾ ਹੋਇਆ ਸੀ। ਅੱਜ ਕੈਬਨਿਟ ਨੇ ਉਹਨੂੰ ਮਨਜ਼ੂਰ ਕਰ ਲਿਆ। ਗਵਰਨਰ ਸਾਹਿਬ ਕੋਲ ਭੇਜਾਂਗੇ, ਜਦੋਂ ਅੱਜ ਹੀ ਸ਼ਾਇਦ ਪਾਸ ਹੋ ਜਾਏਗਾ, ਕੱਲ੍ਹ ਨੂੰ ਅਸੀਂ ਨਵਾਂ ਐਡਵੋਕੇਟ ਜਨਰਲ ਲਗਾਵਾਂਗੇ। ਇਸ ਤੋਂ ਇਲਾਵਾ DGP ਦੀ ਜਿਹੜੀ ਪੋਸਟਿੰਗ ਹੈ, ਜਿੰਨੇ 30 ਸਾਲ ਤੋਂ ਉੱਪਰ ਦੇ ਹੈ, ਇਹ ਕਾਨੂੰਨ ਹੈ, ਜਿਨ੍ਹਾਂ ਦੀ 30 ਸਾਲ ਨੌਕਰੀ ਹੋ ਗਈ ਹੈ ਉਹਨਾਂ ਦਾ ਅਸੀਂ ਆਲਰੇਡੀ ਭੇਜ ਚੁੱਕੇ ਸਾਰਿਆਂ ਦੇ ਨਾਮ। ਸਾਤੋਂ ਸਾਰਿਆਂ ਦੇ ਨਾਮ ਮੰਗੇ ਗਏ ਹੈ। ਉਹਨਾਂ ਵਿੱਚੋਂ ਇੱਕ ਪੈਨਲ ਬਣਾ ਕੇ ਕੇਂਦਰ ਸਰਕਾਰ ਭੇਜੇਗੀ। ਉਹ ਪੈਨਲ ਵਿੱਚੋਂ ਅਸੀਂ DGP ਨਵਾਂ ਲਗਾਵਾਂਗੇ। ਜਿਹੜਾ ਪੈਨਲ ਆਏਗਾ ਇਹ ਪਹਿਲਾਂ ਤੋਂ ਇੱਕ ਪ੍ਰਿੰਸੀਪਲੀ ਕਲੀਅਰ ਹੋਇਆ। ਸੋ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਇੱਥੇ ਆਏ ਹੋ। ਪੰਜਾਬ ਦੇ ਵੱਡੇ ਐਲਾਨ ਹੋਏ ਹੈ। ਪਰਸੋਂ ਨੂੰ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੈ, ਉਹਦੇ ਵਿੱਚ ਅਸੀਂ ਬਿਜਲੀ ਸਮਝੌਤਿਆਂ ਬਾਰੇ ਬਿੱਲ ਲੈ ਕੇ ਆਵਾਂਗੇ। ਕਿਸਾਨਾਂ ਬਾਰੇ ਜਿਹੜੇ ਕਾਲੇ ਕਾਨੂੰਨ ਬਣੇ ਹੈ ਉਹਦੇ ਬਾਰੇ ਵਿੱਚ ਰੈਜੂਲੇਸ਼ਨ ਤੇ ਕੁਝ ਬਿੱਲ ਆਉਣਗੇ। ਇਸ ਦੇ ਨਾਲ ਹੀ ਜਿਹੜਾ 50 ਕਿਲੋਮੀਟਰ ਅੰਦਰ BSF ਆਉਣ ਦਾ ਫੈਸਲਾ ਹੈ ਉਹਦੇ ਬਾਰੇ ਵਿੱਚ ਵੀ ਅਸੀਂ ਇਹ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਰੱਖਾਂਗੇ ਤੇ ਇਹਦੇ ਬਾਰੇ ਰੈਜੂਲੇਸ਼ਨ ਲੈ ਕੇ ਆਵਾਂਗੇ। ਸੋ ਮੈਂ ਧੰਨਵਾਦੀ ਹਾਂ ਆਪਣੇ ਮੰਤਰੀ ਸਾਹਿਬਾਨ ਦਾ। ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਵੀ ਸਾਡੇ ਵਿਚਕਾਰ ਆਏ ਹੈ, ਉਹਨਾਂ ਦਾ ਵੀ ਮੈਂ ਸਵਾਗਤ ਵੀ ਕਰਦਾ, ਉਹਨਾਂ ਦਾ ਧੰਨਵਾਦ ਵੀ ਕਰਦਾ। ਤੇ ਹੁਣ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ। प्यारे दोस्तों, मुख्यमंत्री साहब, मेरे बहुत रिस्पैक्टेड कलीग्स, मैं बधाई दिना CM साहब ਨੂੰ कि मेरी मन की बहुत वड्डी तांग सी कि रेते दे रेट फिक्स हो। मैं पहले दिन तो कहना, जिस दिन रेते दे रेट फिक्स होंगे माफिया उसे दिन मर जाएगा। अगर तुसी शराब भी बेचते हो बोतल के उत्ते रेट हुंदा, रेट जदों फिक्स नहीं हुंदा, सप्लाई तो 170 साल की पई है पंजाब, सप्लाई रोक दी जाती है। और जड़ी ट्राली मैं रिकमेंड करता सीगा 1000 रुपये, क्योंकि ट्राली का रेट फिक्स होना चाहिए। 1200, 1000, 1300, वो 5000 की भी विकी है, वो 10,000 की भी विकी है। और ये स्टेट का रिसोर्स है। जड़ियां अमेनिटीज अज CM साहब दे रहे ने, ये बधाई दे पात्र ने, पर इन्हां अमेनिटीज नूं सस्टेन करन दे लई स्टेट दे खजाने च बल चाहिदा। ये तां ही सस्टेन होणगियां, और वो सस्टेन करन दे लई मैं तुहानूं अज दावे नाल कहना कि एजुकेशन दे जिन्ने धरने लग रहे हैं, अगर सरप्लस 2000 करोड़ रुपया 1500 करोड़ भी होवे, एक धरना नहीं लगूगा। जाओ पुछ लो। इस करके ये जिहड़ी फाइनैंशियल स्टेबिलिटी है, इहदे लई चाहे शराब की पॉलिसी होवे, चाहे रेते की पॉलिसी होवे, ये बहुत जरूरी है। और अज CM ने पहली पौड़ी चढ़ी, एक ऐसा इतिहास रचिया कि पहली बार अज ये होया
ਕਿ ਜੀ ਰੇਤੇ ਦਾ ਰੇਟ ਫਿਕਸ ਹੋਊਗਾ। ਹਾਲਾਂकि मैं ਇਹਨੂੰ बहुत अगे ले जाना चाहना, स्टॉकयार्ड बनाना चाहना। और एक गल सारी दुनिया समझे, मैं डंके की चोट ते कहना, मेरा बहुत अध्ययन है ਇਹਦੇ ਉੱਤੇ, क्योंकि मैं जानदा कि पंजाब की सर्वाइवल ਇਹਦੇ ਨਾਲ जुड़ी हुई है। वो की है कि there is nothing called the sand mafia, it is the transport mafia। रेता बुक्कड़ च नहीं कोई जा सकता, रेता ट्रकों च जाता है। और अगर स्टॉक यार्ड चों सरकारी ट्रकों दे विच जाएगा ते वो सरकारी ट्रक दा रंग होएगा। ये नहीं है भी छोटी जी सड़क के उत्ते जिहड़ा मर्जी टिप्पर दड़ाता, ते फिर उहदी चैकिंग हो सकती है। रेट, वेट ते डेट 2015 दे विच नोटिफिकेशन हुई अकाली सरकार च कि जिहड़े ट्रक ते डेट, रेट और वेट नहीं है उन्होंने इंपाउंड किया जाए। 7 साल दसो कितने ट्रक इंपाउंड होया? दसो एक होया हो तो दसे। बाहरों ट्रक आउंदा, पठानकोट तो ट्रक आउंदा, गुंडा टैक्स लिता जाता उन्होंने तो 5000 किसी तो 7000, अगला 25000 26000 का ट्रक लैके आउंदा बाहरों, ते इत्थे 15000 का वेचदा है। ठीक है, वो फिर प्रॉफिट चाहता है, तो क्यों ना वो 7000 जीएसटी के रूप में असीं एक्सैप्ट करिए बई, ते 300 करोड़ रुपया साल क्यों ना लवाइए। इसे तरह जिस तरह मैं रेते की गल कर रहा, जिदन रेते के रेट फिक्स हो गए 170 साल का, तुहानूं मैं उदाहरण दे रहा, चेक करो। अकाली सरकार ने एक साल दे विच लगातार 10 साल चोरी की इंतहा देखो, लगातार 10 साल, हर साल एवरी ईयर 40 करोड़ रुपया जमा कराया एक साल का, ते तेलंगाना एक हफ्ते 47 करोड़ रुपया कमाता एक दरिया तो। लो जिथे मर्जी बहा, ये की है? ये चोरी नहीं है, ये चोरी तो बहुत अगे वाली चीज है। 2400 करोड़ रुपया तेलंगाना ने 2014 चों वो अड हुंदे ने आंध्र प्रदेश तो, ते पहले 3.5 सालों के 2400 करोड़ रुपया कमाते हैं, ते अकाली सरकार 10 सालों के 400 करोड़ रुपया जमा कराती है। 4 दरिया, 1300 किलोमीटर दरिया, ते 40 करोड़ रुपया साल, ते तेलंगाना 300 किलोमीटर दरिया, ते 47 करोड़ रुपया हफ्ते का। कोई मेल है? ये स्टेट के रिसोर्सेज ने साहब, ये स्टेट के रिसोर्सेज ने, ये जब तक खजाने च नहीं आउणगे, और मैं विश्वास दिवाउणा तुहानूं कि इसे सहयोग दे नाल, एक एक पॉलिसी नाल बैठ के अपने कुलीग्स के सहयोग दे नाल 500 वायदे नहीं होने। ऐतकी एक रोड मैप होएगा, छोटा रोड मैप होएगा, और वादियां नूं कटेल करके उन्ने ही रखांगे जिहड़े विश्वास दे पात्र होण। नवजोत सिंह सिद्धू अगर सत्ता हंडाउणी हुंदी, कुर्सियां ही हंडाउणियां हुंदियां, ते पंजाब खातर ना लड़दा। फिर जिहड़ी मेरी लड़ाई है वो कोई निजी लड़ाई नहीं, ये रेते की लड़ाई भी मेरी कोई निजी लड़ाई नहीं। अज माहौल बदलिया, एक बदलाव की परिस्थिति है, लेकिन इनू पक्के पैर अगर सस्टेन करना है असी 5 साल, तो इन्हां रिसोर्सिस नूं सानू यूटिलाइज करना पएगा। और आने वाला समा साडा चोखा ही चोखा। इस गल दे उत्ते मैं पहरा दिंदा रहूंगा, और मेरा पार्टी वालों ये जो इन्होंने कहा कल कैबिनेट दे विच अगर डिसीजन हुंदे है, मेरा पार्टी वालों 110% सहयोग, नाले चीफ मिनिस्टर नूं, नाले सारिआं नूं, इहदे च कोई शक नहीं। बहुत बहुत धन्यवाद जी सर। हाँ जी, हाँ बोलो 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 बोलो, जुग जुग जियो मेरे प्यारे, बोलो। जे प्रेस ते सरकार ते ओपोजिशन सारे जाने सूबे वास्ते तकड़े होके काम करिए। तुसी चौथा पिलर हो, थोड़े सहयोग और थोड़िया ਜਿਹੜੀਆਂ आलोचनावां दोनों चाहिए, क्योंकि तुसी आलोचना नहीं करोगे मैनू समझ नहीं आएगी कि मैं कितने गलत है।
ਮੈਂ ਆਲੋਚਨਾ ਨੂੰ ਹਮੇਸ਼ਾ ਵੈਲਕਮ ਕਰਦਾ। ਇਹ ਠੀਕ ਹੈ ਕਿ ਸਾਡੇ ਕੰਮ ਦੇ ਵਿੱਚ ਆਲੋਚਨਾ ਹੈ ਨਹੀਂ ਹੋ ਰਹੀ। ਇਹ ਗੱਲ ਜ਼ਰੂਰ ਹੈ, ਤੁਹਾਡੇ ਕੋਲ ਸਮਾਂ ਬੜਾ ਘੱਟ ਹੈ, ਸਿੱਧੂ ਸਾਹਿਬ ਵੀ ਬੜਾ ਕਹਿੰਦੇ ਕਦੀ ਲੱਗਦਾ ਆਪੋਜੀਸ਼ਨ ਦਾ ਰੋਲ ਨਿਭਾ ਰਹੇ, ਕਦੀ ਕਰਨਾ ਚਾਹੀਦਾ। ਪਾਰਟੀ ਸੁਪਰੀਮ ਹੈ, ਬਿਲਕੁਲ ਸਰ। ਪਾਰਟੀ ਦੀਆਂ ਆਈਡੀਓਲੋਜੀ ਨੂੰ ਅਸੀਂ ਇੰਪਲੀਮੈਂਟ ਕਰਨਾ ਐਂਡ ਵੀ ਆਰ ਹੀਅਰ ਟੂ ਇੰਪਲੀਮੈਂਟ ਦੇਅਰ ਆਈਡੀਓਲੋਜੀ। ਨਿੱਜੀ ਕੋਈ ਹੈ ਨਹੀਂ, ਉਹਨਾਂ ਨੇ ਸਰਕਾਰੀ ਸਰ ਇੱਕ ਤਾਂ ਜਿਹੜੀ ਮਾਫੀਆ ਦੀ ਗੱਲ ਚੱਲਦੀ ਪਈ ਹੈ, ਮੈਂ ਫਿਰ ਨਾਮ ਵੀ ਲੈ ਦਿੰਦਾ ਕਿ ਰੋਪੜ ਦੇ ਵਿੱਚ ਸਰ ਕਈ ਖੱਡਾਂ ਇਦਾਂ ਕੋਈ ਰੋਪੜ ਦੇ ਵਿੱਚ ਆ, ਬਾਕੀ ਹੈ ਜਿਹੜੀ ਲੀਗਲਾਈਜ਼ ਖੱਡ ਹੈ ਉਹ ਚੱਲਦੀ ਨਹੀਂ ਹੈ। ਜਿਹੜੇ ਪੋਲੀਟੀਸ਼ੀਅਨ ਹੈ ਜਾਂ ਸਾਡੇ ਸਪੋਕਰ ਜਿਹੜੇ ਸਾਡੇ ਕੋਈ ਲੀਡਰਸ ਨੇ ਉਹਨਾਂ ਦੀ ਸ਼ਹਿਰ ਨਾਲ ਚੱਲਦੀ ਹੈ। ਜਿਹੜੀ ਲੀਡਰ ਜਿਵੇਂ ਆਮ ਰੋਪੜ ਦੇ ਵਿੱਚ ਇੱਕ ਟੌਪ ਦੇ ਲੀਡਰ ਸਾਡੇ ਸੱਤਾ ਰੂਟ ਦੇ ਵਿੱਚ ਨਾਮ ਵੱਜਦਾ ਹੈ, ਉਹ ਸਰ ਕੀ ਜਿਹੜੀਆਂ ਲੀਗਲਾਈਜ਼ ਜਿਹੜੀਆਂ ਰੁਕੀਆਂ ਹੋਈਆਂ ਇਲੀਗਲ ਚੱਲਦੀਆਂ ਪਈਆਂ ਨੇ, ਉਹ ਉਹਦੇ ਵਾਸਤੇ ਕੋਈ ਮੈਕੈਨਿਜ਼ਮ ਕੋਈ ਸਰ ਤੁਸੀਂ ਮੈਨੂੰ ਦੱਸੋ 9 ਰੁਪਏ ਤੇ ਘੱਟ ਜੇ ਇੱਕ ਵੀ ਇਲੀਗਲ ਚੱਲਣ ਨਹੀਂ ਦਵਾਂਗਾ। ਨੰਬਰ 1 ਹੁਣ 5.5 ਤੋਂ 1 ਪੈਸਾ ਵੱਧ ਨਹੀਂ ਵਿਕਣ ਦਵਾਂਗਾ। ਜਾਂ ਪੈਸਾ ਸਰਕਾਰ ਨੂੰ ਆਏਗਾ ਜਾਂ ਲੋਕਾਂ ਨੂੰ ਜਾਏਗਾ, ਇਹਦੇ ਵਿੱਚ ਕਿਤੇ ਨਹੀਂ। ਤੁਸੀਂ ਇਹਨਾਂ ਨੇ ਉਹਨੇ ਟਰਾਲੀ ਦੀ ਗੱਲ ਕਰੀ ਹੈ, ਜਿਹੜਾ ਮੈਂ ਅੱਜ ਰੇਟ ਦਿੱਤਾ ਮੇਰੀ ਆਪਣੀ ਸਰਕਾਰ ਨੇ, ਸਾਡੀ ਪਾਰਟੀ ਦੀ ਸਰਕਾਰ ਨੇ 5.5 ਰੁਪਏ, ਉਹਦੇ ਨਾਲ 800 ਰੁਪਏ ਦੀ ਟਰਾਲੀ ਭਰਦੀ। ਅੱਜ ਤੱਕ ਕਦੇ ਸੁਣਿਆ 800 ਰੁਪਏ ਦੀ ਟਰਾਲੀ ਭਰ ਜਾਏਗੀ ਰੇਤੇ ਦੀ? ਔਰ ਇਹਦੇ ਵਿੱਚ ਭਰਾਈ ਵੀ ਹੈ, ਇਹਦੇ ਵਿੱਚ ਚੁਕਾਈ ਵੀ ਹੈ, ਇਹਦੇ ਵਿੱਚ ਠੇਕੇਦਾਰ ਜ਼ਿਮੀਦਾਰ ਦੇ ਪੈਸੇ ਵੀ ਹੈ। ਅਗਲਾ ਆਵੇ, ਮੈਂ ਕਹਿੰਦਾ ਜੀ ਤੁਸੀਂ ਇਹ ਦਰਿਆ ਦਾ ਰੇਟ ਹੈ, ਕੋਈ ਬੰਦਾ ਆਪਣੀ ਟਰਾਲੀ ਲਿਆ ਕੇ ਭਰਾ ਲਵੇ, ਕੋਈ ਆਪਣਾ ਟਰੱਕ ਲਿਆ ਕੇ ਭਰਾ ਲਵੇ। ਟਰਾਂਸਪੋਰਟ ਜੇ ਜ਼ਿਆਦਾ ਪੈਸੇ ਲੈਂਦਾ ਆਪਣਾ ਟਰੱਕ ਕਰਕੇ ਲਿਆਓ, ਅਸੀਂ ਤਾਂ ਤੁਹਾਨੂੰ ਭਰ ਕੇ ਦੇਣਾ, ਭਰ ਕੇ ਵੀ ਦੇਵਾਂਗੇ। ਜੇ ਅਗਲਾ ਆਪਣੀ ਜੇਸੀਬੀ ਨਾਲ ਭਰਦਾ ਆ ਕੇ ਤਾਂ 1 ਰੁਪਿਆ ਸੈਂਕੜਾ ਭਰਾਈ ਦਾ ਰੇਟ ਹੈ, ਉਹ ਘੱਟ ਹੋ ਜਾਏਗਾ। ਸੋ ਬਹੁਤ ਹੀ ਲਿਬਰਲ ਔਰ ਲੋਕਾਂ ਦੇ ਪੱਖੀ ਐਸੀ ਪਾਲਿਸੀ ਲੈ ਕੇ ਆਏ ਹੈ। ਲੇਕਿਨ ਫਿਰ ਮੈਂ ਕਹਿੰਦਾ ਕਿ ਸਾਡੀ ਪਾਰਟੀ ਦਾ ਵਿਜ਼ਨ ਹੈ ਜਿਹੜਾ, ਉਹ ਆਉਣ ਵਾਲੇ ਸਮੇਂ 'ਚ ਅਸੀਂ ਲਾਗੂ ਕਰਾਂਗੇ ਔਰ ਨਵੀਂ ਪਾਲਿਸੀ ਜਿਹੜੀ ਅਸੀਂ ਇੱਕ ਵਿਜ਼ਨ ਦੇਵਾਂਗੇ ਤੇ ਕੋਈ ਖੱਡ ਐਸੀ ਇਲੀਗਲ ਚੱਲਣ ਨਹੀਂ ਦੇਵਾਂਗੇ। ਠੀਕ ਹੈ, ਪਿਛਲੇ ਸਮੇਂ 'ਚ ਜਿਹੜਾ ਕੁਝ ਹੋਇਆ ਤੁਹਾਨੂੰ ਵੀ ਪਤਾ ਹੈ, ਕੌਣ ਮਜੀਠੀਆ ਸੀ, ਕੌਣ ਸੀ, ਕਿੱਥੇ ਕਿੱਥੇ ਕਿਸ ਤਰ੍ਹਾਂ ਚੱਲਦਾ ਰਿਹਾ। ਇਹੀ ਇੱਥੇ ਸੁਖਬੀਰ ਸੀਗਾ, ਇਹੀ ਕੁਝ ਇੱਥੇ ਹੋਇਆ। ਲੇਕਿਨ ਭਰਾਵੋ ਇੱਕ ਗੱਲ ਦੱਸ ਦੇਣਾ, ਹੁਣ ਲੋਕਾਂ ਦੀ ਸਰਕਾਰ ਹੈ। ਮੈਂ ਲੋਕਾਂ ਨੂੰ ਕਹਿ ਦੇਣਾ ਕਿ ਆਪਣਾ ਮੋਬਾਈਲ ਲੈ ਕੇ ਖੜ ਜਾਓ, ਉੱਥੇ ਮੇਰੇ ਨੌਜਵਾਨ ਮੁੰਡੇ ਖੜਨਗੇ। ਪੁਲਿਸ ਵਾਲਿਆਂ ਨੂੰ ਕਹਿਤਾ ਜਾਂ ਤੁਸੀਂ ਨਹੀਂ ਜਾਂ ਮੈਂ ਨਹੀਂ। ਨੌਜਵਾਨ ਮੁੰਡਾ ਇੱਕ ਮੈਨੂੰ ਕੋਈ ਵੀਡੀਓ ਪਾ ਦੇਵੇ ਕਿ ਜੀ ਨੇ ਮੇਰੇ 5.5 ਨਹੀਂ 5 ਰੁਪਏ 60 ਪੈਸੇ ਲਏ, ਜਾਂ ਉਹ ਨਹੀਂ ਆ ਮੈਂ ਨਹੀਂ। ਬਹੁਤ ਧੰਨਵਾਦ। ਮੈਂ ਇੱਕ ਮਿੰਟ ਇਸ ਗੱਲ ਦਾ ਜਵਾਬ ਦੇਣਾ, ਮੈਂ ਇਸ ਗੱਲ ਦਾ ਜਵਾਬ ਦੇਣਾ, ਮੈਂ ਤੁਹਾਨੂੰ ਜਵਾਬ ਦੇਣਾ। ਮੈਂ ਦੇਖੋ ਰੋਪੜ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਨਿੱਜੀ ਤੌਰ ਦੇ ਉੱਤੇ ਇਹ ਤੁਸੀਂ ਤਹਿਕੀਕਾਤ ਕਰੋ, ਜੇ ਪ੍ਰੂਫ ਹੈਗਾ ਤਾਂ ਦਿਓ, ਠੀਕ ਹੈ। ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਔਰ ਡੰਕੇ ਦੀ ਚੋਟ ਤੇ ਕਹਿਣਾ ਚਾਹੁੰਦਾ, ਇਹ ਜੋ ਕੁਝ ਸ਼ਰਾਬ 'ਚ ਹੋਇਆ, ਜੋ ਕੁਝ ਰੇਤੇ 'ਚ ਹੋਇਆ, ਇਹ ਇੱਕ ਕਾਰਟਲ ਕਰਕੇ ਹੋਇਆ। ਕਾਰਟਲ ਠੇਕੇਦਾਰੀ 'ਚ ਬਣਦਾ। ਜਿੱਥੇ ਜਿੱਥੇ 35,000 ਕਰੋੜ ਰੁਪਏ ਕਮਾਏ ਗਏ, ਜਿੱਥੇ ਜਿੱਥੇ 3 ਸਾਲਾਂ ਦੇ ਵਿੱਚ 2,500 ਕਰੋੜ ਰੁਪਏ ਕਮਾਏ ਗਏ 300 ਕਿਲੋਮੀਟਰ ਦਰਿਆ ਚੋਂ, ਉੱਥੇ ਸਟੇਟ ਓਨਡ ਸੀ, ਉੱਥੇ ਕਾਰਪੋਰੇਸ਼ਨ ਸੀ। ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਸਵਾਲ ਇਹ ਹੈ ਕਿ ਮਹਾਰਾਜ ਪਾਪੀ ਨਹੀਂ ਮਾਰਨੇ, ਪਾਪ ਮਾਰਨਾ। ਇੱਕ ਸਿਸਟਮ ਐਸਾ ਹੈ ਜਿਹੜਾ ਕਹਿੰਦਾ ਆ ਹੁਣ ਮੇਰੇ ਨਾਲ ਰਲ, ਜਦੋਂ ਤੂੰ ਚੋਰ ਹੋ ਗਿਆ ਤੇ ਤੈਨੂੰ ਨਾਲ ਰਲਾਵਾਂਗਾ। ਸੁਣੋ ਮੈਂ ਮੇਰੀ ਗੱਲ ਪੂਰੀ ਕਰਨੇ ਮਿੱਤਰਾ, ਪੂਰੀ ਕਰਨੇ। ਸਿਸਟਮ ਜਦੋਂ ਉਹ ਹੋਇਆ ਸਟੇਟ ਓਨਡ, ਚਾਹੇ ਸ਼ਰਾਬ ਹੋਵੇ ਤੇ ਚਾਹੇ ਰੇਤਾ ਹੋਵੇ, ਕਿਸੇ ਦਾ ਵਾਸੀ ਨਹੀਂ ਚੱਲਣਾ, ਕਿਉਂਕਿ ਉਹ ਸੂਬੇ ਦਾ। ਫਿਰ ਸ਼ਰਾਬ ਦੀ ਬੋਤਲ ਵੀ ਜੇ ਅੱਧਾ ਕਿਲੋਮੀਟਰ ਤੁਰੀ ਤੇ ਪਤਾ ਲੱਗੂ ਉੱਤੇ ਚਿੱਪ ਲੱਗੀ ਹੋਊ। ਇਹ ਨਹੀਂ ਹੈ ਵੀ ਰਾਤ ਨੂੰ ਕਦੇ ਕਿੱਧਰ ਨੂੰ ਚਲੀ ਗਈ ਤੇ ਕਦੇ ਕਿੱਧਰ ਨੂੰ ਚਲੀ ਗਈ ਤੇ ਕਦੇ ਕਿਹਦੇ ਦਾ ਤੇ ਕਦੇ ਕਿਸੇ ਦਾ।